बिस्मिल्लाहिर्रहमानिर्रहीम अस्सलामुअलैकुम। ਅੱਜ ਆਪਾਂ ਜਿਹੜੀ ਚੀਜ਼ ਤੇ ਡਿਸਕਸ ਕਰਨ ਲੱਗੇ ਆ ਉਹ ਰੂਟੀਨ ਤੋਂ ਬਿਲਕੁਲ ਹਟ ਕੇ ਜੇ ਡੱਡੂ ਦਾ ਤੁਸੀਂ ਨਾਂ ਤਾਂ ਸੁਣਿਆ ਹੋਵੇਗਾ, ਜਿਹਨੂੰ ਉਰਦੂ ਦੇ ਵਿੱਚ ਮੈਂਡਕ ਕਹਿੰਦੇ ਨੇ ਤੇ ਅੰਗਰੇਜ਼ੀ 'ਚ ਫਰੌਗ ਦਾ ਨਾਮ ਦਿੱਤਾ ਜਾਂਦਾ ਹੈ ਤੇ ਸਾਇੰਸ ਦੀ ਜ਼ਬਾਨ ਦੇ ਵਿੱਚ ਇਹਨੂੰ ਰਾਣਾ ਟਿਗਰੀਨਾ ਆਖਿਆ ਜਾਂਦਾ ਜੀ। ਅੱਜ ਕੱਲ੍ਹ ਇਸ ਡੱਡੂ ਵਿਚਾਰੇ ਦੇ ਬੜੇ ਬੁਰੇ ਹਾਲਾਤ ਜੇ। ਵਜ੍ਹਾ ਕੀ ਬਣੀ? ਇੱਕ ਵਕਤ ਹੁੰਦਾ ਸੀ ਛੱਪੜ ਹੁੰਦੇ ਸੀ, ਕੱਚੇ ਖਾਲੇ ਹੁੰਦੇ ਸੀ ਤੇ ਕੱਚੇ ਖਾਲਿਆਂ ਤੇ ਛੱਪੜਾਂ ਦੇ ਵਿੱਚ ਗੱਬ ਹੁੰਦੀ ਸੀ ਤੇ ਇਹਦੇ ਖਾਵਣ ਵਾਸਤੇ ਬੜੇ ਕੀੜੇ ਮਕੌੜੇ ਤੇ ਗਡੋਏ ਤੇ ਛੋਟੀਆਂ ਮਛਲੀਆਂ ਹੁੰਦੀਆਂ ਸੀ। ਉਹਨਾਂ ਨੂੰ ਖਾਂਦਾ ਸੀ, ਬੜੀ ਅਯਾਸ਼ੀ ਕਰਦਾ ਸੀ ਤੇ ਫਿਰ ਸੁਬਾਹ ਸਵੇਰੇ ਬਾਂਗਾਂ ਵੇਲੇ ਟੈਂ ਟੈਂ ਵੀ ਕਰਦਾ ਸੀ। ਬੜੀਆਂ ਵਧੀਆ ਆਵਾਜ਼ਾਂ ਨਿਕਲਦੀਆਂ ਹੁੰਦੀਆਂ ਸੀ ਕੱਚਿਆਂ ਖਾਲਿਆਂ ਦੇ ਵਿੱਚ ਡੱਡੂਆਂ ਦੀਆਂ। ਤੇ ਹੁਣ ਤੁਸੀਂ ਸਾਹਮਣੇ ਵੇਖ ਹੀ ਰਹੇ ਹੋ ਉਹਦੇ ਵਿਚਾਰੇ ਜਿਹੜੇ 2-2 ਕਿਲੋ ਦੇ ਭਾਰੇ ਭਾਰੇ ਤੇ ਵੱਡੇ ਵੱਡੇ ਸਬਜ਼ ਬਰਾਊਨ ਤੇ ਕਾਲੇ ਰੰਗ ਦੇ ਡੱਡੂ ਹੁੰਦੇ ਸੀ। ਦੇਖੋ ਵਿਚਾਰੇ ਦਾ ਸੁਕੜ ਕੇ ਕੀ ਹਾਲ ਹੋ ਗਿਆ ਜੀ। ਵਿਚਾਰੇ ਨਾਲ ਇੱਕ ਹੋਰ ਵੀ ਬੜਾ ਧਰੋਹ ਹੋਇਆ ਜੀ। ਇੱਕ ਵਕਤ ਹੁੰਦਾ ਸੀ ਸਾਡੇ 9ਵੀਂ ਦੇ ਸਿਲੇਬਸ ਦੇ ਵਿੱਚ ਡੱਡੂ ਯਾਨੀ ਮੈਂਡਕ ਦਾ ਇੱਕ ਮੁਕੰਮਲ ਟੌਪਿਕ ਹੁੰਦਾ ਸੀ ਤੇ ਬੜੀ ਤਫਸੀਲ ਨਾਲ ਇਹਦੇ ਮੁਖਤਲਿਫ ਹਿੱਸਿਆਂ ਨੂੰ ਡਿਸਕਸ ਕੀਤਾ ਜਾਂਦਾ ਸੀ। ਇਹਦਾ ਇੰਟਰਨਲ ਤੇ ਐਕਸਟਰਨਲ ਸਟਰਕਚਰ, ਅੰਦਰੂਨੀ ਤੇ ਬੈਰੂਨੀ ਢਾਂਚਾ ਪੜ੍ਹਿਆ ਜਾਂਦਾ ਸੀ। ਇਹਦੇ ਜਿਹੜੇ ਮੁਖਤਲਿਫ ਸਿਸਟਮਸ ਹੁੰਦੇ ਸੀ, ਸਰਕੂਲੇਟਰੀ ਸਿਸਟਮ, ਸਾਹ ਲੈਣ ਦਾ ਨਿਜ਼ਾਮ, ਖੂਨ ਦਾ ਨਿਜ਼ਾਮ ਤੇ ਪੋਟੀ ਕਰਨ ਦਾ ਨਿਜ਼ਾਮ, ਇਹ ਸਾਰੇ ਬੜੀ ਤਫਸੀਲ ਨਾਲ ਡਿਸਕਸ ਕੀਤੇ ਜਾਂਦੇ ਸੀ। ਇੱਕ ਹੋਰੇ ਬੜੀ ਅਯਾਸ਼ੀ ਕਰਦਾ ਸੀ। ਡੱਡੂ ਨੂੰ ਇਸਤੇਮਾਲ ਕਰਕੇ ਲੈਬੋਰਟਰੀ ਦੇ ਵਿੱਚ ਇਹਦੇ ਅੰਦਰ ਵਾਲੇ ਹਿੱਸਿਆਂ ਦਾ ਪ੍ਰੈਕਟੀਕਲ ਕੀਤਾ ਜਾਂਦਾ ਸੀ ਤੇ ਖ਼ਾਸ ਤੌਰ 'ਤੇ ਉਦੋਂ ਇਹ ਬੜਾ ਹੀ ਖੁਸ਼ ਹੁੰਦਾ ਸੀ ਜਦੋਂ ਸਕੂਲਾਂ ਦੇ ਵਿੱਚ 9ਵੀਂ 10ਵੀਂ ਦੇ ਵਿੱਚ ਪੜ੍ਹਨ ਵਾਲੀਆਂ ਕੁੜੀਆਂ ਇਹਨੂੰ ਫੜ ਕੇ ਇਹਦਾ ਪ੍ਰੈਕਟੀਕਲ ਕਰਦੀਆਂ ਸੀ ਤੇ ਖ਼ਾਸ ਤੌਰ 'ਤੇ ਉਦੋਂ ਤਾਂ ਇਹ ਬੜਾ ਇੰਜੋਏ ਕਰਦਾ ਸੀ ਜਦੋਂ ਕਾਲਜ ਦੇ ਵਿੱਚ ਬਾਇਓਲੋਜੀ ਪੜ੍ਹਨ ਵਾਲੀਆਂ ਕੁੜੀਆਂ ਇਹਨੂੰ ਫੜ ਕੇ ਇਹਨੂੰ ਮੂੰਹਦਾ ਕਰਕੇ ਤੇ ਇਹਦਾ ਪ੍ਰੈਕਟੀਕਲ ਕਰਦੀਆਂ ਹੁੰਦੀਆਂ ਸੀ। ਉਦੋਂ ਇਹਦੀ ਚੀਰ ਫਾੜ ਤਾਂ ਹੁੰਦੀ ਸੀ ਪਰ ਰੰਗ ਬਰੰਗੀਆਂ ਚੀਜ਼ਾਂ ਵੇਖ ਕੇ ਖੁਸ਼ ਵੀ ਬੜਾ ਹੁੰਦਾ ਸੀ। ਅੱਜ ਵਿਚਾਰੇ ਤੇ ਬਹੁਤ ਬੁਰਾ ਵਕਤ ਆਇਆ ਹੋਇਆ, ਵਿਚਾਰਾ ਕੈਦ ਹੋ ਕੇ ਰਹਿ ਗਿਆ। ਤੇ ਆ ਸਵੇਰੇ ਇੱਕ ਡੱਡੂ ਮੇਰੇ ਕਾਬੂ ਆਇਆ। ਮੈਂ ਆਖਿਆ ਚਲੋ ਜੀ ਇਹਦੇ ਤੇ ਵੀਡੀਓ ਹੀ ਬਣਾਈ ਜਾਏ ਤੇ ਆ ਡੱਬੇ 'ਚ ਇਹਨੂੰ ਮੈਂ ਪਾ ਲਿਆ ਤੇ ਦੇਖੋ ਕਿੱਡਾ ਵਿਚਾਰਾ ਕੈਦ ਹੋ ਕੇ ਤੇਜ਼ੀ ਦੇ ਨਾਲ ਡੱਬੇ ਦੇ ਵਿੱਚੋਂ ਆਜ਼ਾਦ ਹੋਣ ਦੀ ਕੋਸ਼ਿਸ਼ ਕਰਦਾ ਪਿਆ ਹੈ। ਤੇ ਦੂਸਰਾ ਦੇਖੋ ਕਿੱਥੇ ਇਹ ਕਿਲੋ 1.5 ਕਿਲੋ ਦਾ ਤੇ ਵੱਡੀ ਜਸਾਮਤ ਦਾ ਡੱਡੂ ਹੁੰਦਾ ਸੀ ਤੇ ਵਿਚਾਰਾ ਸੁੱਕੜ ਕੇ ਹਾਲਾਤ ਦੀ ਤੰਗੀ ਦੀ ਵਜ੍ਹਾ ਨਾਲ, ਪ੍ਰੋਪਰ ਖੁਰਾਕ ਨਾ ਮਿਲਣ ਦੀ ਵਜ੍ਹਾ ਨਾਲ ਵਿਚਾਰਾ ਕਿੱਡਾ ਕੁ ਰਹਿ ਗਿਆ ਜੀ। ਤੇ ਮੈਂ ਇਸ ਡੱਡੂ ਦੀ ਮੁਖਤਲਿਫ ਕਿਸਮ ਦੀ ਹਰਕਤ ਨੂੰ ਬਗੌਰ ਸਟੱਡੀ ਕਰਦਾ ਰਿਹਾ। ਜਿਹੜਾ ਪੁਰਾਣੇ ਵਕਤਾਂ ਦੇ ਵਿੱਚ ਮੈਂਡਕ ਡੱਡੂ ਹੁੰਦਾ ਸੀ, ਬੜਾ ਤੇਜ਼ ਜੰਪ ਤੇ ਛਲਾਂਗਾਂ ਲਗਾਉਣ ਵਾਲਾ ਡੱਡੂ ਹੁੰਦਾ ਸੀ ਤੇ ਇਸ ਵਿਚਾਰੇ ਦੀਆਂ ਉਹ ਛਲਾਂਗਾਂ ਤੇ ਉਹ ਜੰਪ ਤੇ ਉਹ ਟੈਂ ਟੈਂ ਦੀ ਆਵਾਜ਼ ਕਰਕੇ ਬੋਲਣਾ ਸਾਰੇ ਖ਼ਤਮ ਹੋ ਗਿਆ ਜੀ। ਤੇ ਉਹ ਪ੍ਰੈਕਟੀਕਲ ਦੀ ਟੇਬਲ ਦੇ ਉੱਤੇ ਉਲਟਾ ਪੈ ਕੇ ਤੇ ਨਵੇਂ ਨਵੇਂ ਤੇ ਰੰਗ ਬਰੰਗੇ ਚਿਹਰੇ ਵੇਖਣਾ ਉਹ ਵੀ ਮਾਜ਼ੀ ਦਾ ਹਿੱਸਾ ਬਣ ਗਿਆ ਜੇ। ਉਹਨੇ ਵਿਚਾਰਾ ਉਸ ਮਾਜ਼ੀ ਨੂੰ ਯਾਦ ਕਰਕੇ ਬੜਾ ਰੋਂਦਾ ਜੇ ਤੇ ਅੱਖਾਂ 'ਚੋਂ ਆਂਸੂ ਵੀ ਕੱਢਦਾ ਜੇ। ਸ਼ਾਇਦ ਇਹਦੇ 'ਤੇ ਵੀ ਦੁਬਾਰਾ ਉਹ ਵਕਤ ਆ ਜਾਵੇ ਤੇ ਦੁਬਾਰਾ ਇਹ ਪ੍ਰੈਕਟੀਕਲ ਦੀ ਟੇਬਲ 'ਤੇ ਹੋਵੇ ਤੇ ਰੰਗ ਬਰੰਗੇ ਤੇ ਪਿਆਰੇ ਪਿਆਰੇ ਚਿਹਰੇ ਦੁਬਾਰਾ ਇਹਨੂੰ ਨਜ਼ਰ ਆਵਣ। ਸ਼ਾਇਦ ਬਈ 9ਵੀਂ 10ਵੀਂ ਦੇ ਜਾਂ FSC ਦੇ ਬਾਇਓ ਦੇ ਸਿਲੇਬਸ ਦੇ ਵਿੱਚ ਦੁਬਾਰਾ ਇਹਨੂੰ ਸ਼ਾਮਲ ਕਰ ਲਿਆ ਜਾਏ, ਕੁਛ ਨਹੀਂ ਕਹਿ ਸਕਦੇ। ਤੇ ਫਿਲਹਾਲ ਤਾਂ ਵਿਚਾਰੇ ਤੇ ਬੜਾ ਬੁਰਾ ਵਕਤ ਜੇ ਤੇ ਇਹ ਉਸ ਪੁਰਾਣੇ वक्त ਨੂੰ सोच सोच के बड़ा पछता रहा जे। तो डियर स्टूडेंट्स, अब हम सीरियस होकर इस लेक्चर की तरफ आते हैं। मेंढक आपकी तरफ देख रहा है, मेरी तरफ भी देख रहा है। तो एक वक्त था बायोलॉजी के अंदर मेंढक फ्रॉग यानी राना टिगरीना पर एक मुकम्मल टॉपिक था। इसकी लाइफ को स्टडी किया जाता था, इसके एक्सटर्नल स्ट्रक्चर को स्टडी किया जाता था और इसके इंटरनल स्ट्रक्चर को स्टडी किया जाता था।
स्टडी इसलिए किया जाता था कि इसके बहुत सारे सिस्टम्स इंसानों के सिस्टम से मिलते जुलते हैं। ख़ास तौर पे इसका सर्कुलेटरी सिस्टम, उसको अच्छी तरह स्टडी किया जाता था। इसके अलावा इसका रेस्पिरेटरी सिस्टम डिस्कस किया जाता था और इसके अलावा इसका निज़ाम तौलीद यानी रिप्रोडक्टिव सिस्टम स्टडी किया जाता था, ताकि इन सिस्टम्स को स्टडी करके और इसका प्रैक्टिकल परफॉर्म करके ये प्रैक्टिकल और इंसानों पर परफॉर्म किए जाएं और इंसानों की ज़िंदगी को मुमकिन हद तक बचाया जा सके। जो सिस्टम्स इसके अंदर जिस तरह काम करते हैं तो इंसान के अंदर भी सिस्टम्स कुछ मिलते जुलते उसी तरह ही काम करते हैं। तो इसलिए लेबॉर्ट्रीज़ के अंदर मेंढक यानी फ्रॉग पर स्पेशली एफएससी क्लासेस के अंदर बहुत प्रैक्टिकल्स किए जाते थे और इसके तमाम सिस्टम्स को तफसील के साथ स्टडी किया जाता था। तो पता नहीं क्या हुआ, इस बड़े अहम और इन डिटेल मौजूद टॉपिक को निकाल कर अब जो बायो की किताब है उसके अंदर चंद लफ्ज़ों पर मुश्तमिल टॉपिक जो कि फ्रॉग से मुतल्लिका है, रायना या रीना से मुतल्लिका है, उसको निकाल दिया गया है और चंद लाइनें जो हैं वो आपके सिलेबस में मौजूद रह गई हैं जो कि नाकाफ़ी हैं। तो मेरे ख़्याल में तो बेहतर यही है कि ये फ्रॉग वाला टॉपिक, मेंढक वाला टॉपिक डिटेल के साथ और इसके जितने भी इंटरनल सिस्टम्स हैं, बाहर वाला स्ट्रक्चर है, इसकी आइज़ का स्ट्रक्चर है, इसके सर्कुलेटरी सिस्टम का स्ट्रक्चर है, इसके रिप्रोडक्टिव सिस्टम का स्ट्रक्चर है, इसका रेस्पिरेटरी सांस लेने का जो तरीक़ाकार है उसको दोबारा सिलेबस का हिस्सा बनाया जाए ताकि स्टूडेंट्स भी डिटेल से पढ़ें और प्रैक्टिकल लाइफ में इन सिस्टम से फ़ायदा उठाकर इंसानों के लिए कारगर और कारआमद साबित हों और हॉस्पिटल्स के अंदर जो उनका प्रैक्टिकल वर्क है वो ज़्यादा अच्छा हो सके। तो अब जो मेंढक मैंने पकड़ा था अब मैंने उसको फ्री कर दिया है, उसको आज़ाद कर दिया है। अब हम देखेंगे कि आज़ादी के बाद वो किस तरह छलांगें लगाता हुआ बाहर को जा रहा है। तो ये छलांगें लगती हुई इसकी आपको नज़र आ रही होंगी। अब मैंने इसको आज़ाद कर दिया है और आज़ादी की खुशी में ये भागता हुआ चला जा रहा है। तो बहरहाल अफसोस इस बात पे होता है कि ये कितने बड़े साइज़ का हुआ करता था और कैसे जंप लगाया करता था खालों के अंदर, छप्पड़ के अंदर, और अब कितना स्मार्ट हो के बेचारा रह गया है और अब खालों और छप्पड़ों से निकल के ये घरों और आबादियों की तरफ इसलिए रुख कर रहा है कि वहाँ खाले पक्के बन गए, छप्पड़ ख़त्म हो गए, इसके खाने पीने के लिए प्रॉपर ग़िज़ा नहीं रही है, तो इसने आबादियों का रुख किया है। और अब देख लें ये कितनी आज़ादी के साथ छलांगें लगाता हुआ बाहर की तरफ जा रहा है। तो आप लोग मेंढक की आज़ादी को एंजॉय करें, ये भी अपनी आज़ादी को एंजॉय करें। आइंदा मुलाकात होगी किसी और लेक्चर के साथ। अल्लाह हाफिज़।